ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਆਪਾਂ ਪਿਛਲੇ ਭਾਗ ਦੇ ਵਿੱਚ ਪੜ੍ਹਿਆ ਸੀ ਕਿ ਸੰਤ ਜੀ ਮਹਾਰਾਜ ਨੂੰ ਸੱਪ ਨੇ ਕੱਟ ਲਿਆ ਸੀਗਾ। ਸੱਪ ਦੇ ਕੱਟਣ ਤੋਂ ਮਗਰੋਂ ਦਿੱਲੀ ਉਹਨਾਂ ਦਾ ਇਲਾਜ ਹੋਇਆ, ਪਰ ਪੈਰ ਠੀਕ ਨਾ ਹੋ ਸਕਿਆ ਤੇ ਫਿਰ ਉਹਨਾਂ ਦੇ ਕਹਿਣ 'ਤੇ ਉਹਨਾਂ ਨੂੰ ਬਾਲੇਵਾਲ ਲੈ ਕੇ ਆਇਆ ਗਿਆ। ਬਾਲੇਵਾਲ ਆਉਣ ਤੋਂ 1-2 ਦਿਨ ਮਗਰੋਂ ਪਤਾ ਲੱਗਿਆ ਕਿ ਮਹਾਰਾਜ ਹੀਰਾ ਸਿੰਘ ਜੀ ਨਾਭਾ ਪਾਸ ਇੱਕ ਸਾਧੂ ਰਹਿੰਦਾ ਸੀ। ਉਹ ਸੱਪਾਂ ਦਾ ਬੜਾ ਮਾਹਰ ਸੀ। ਉਹ ਆਪ ਤਾਂ ਹੁਣ ਚੜ੍ਹਾਈ ਕਰ ਚੁੱਕਾ ਹੈ, ਪਰ ਉਸਦਾ ਇੱਕ ਸ਼ਾਗਿਰਦ ਬਾਲੇਵਾਲ ਤੋਂ ਕੁਝ ਮੀਲ ਦੇ ਫਾਸਲੇ 'ਤੇ ਰਹਿੰਦਾ ਹੈ ਤੇ ਸੱਪ ਦੇ ਕੱਟਿਆਂ ਦਾ ਇਲਾਜ ਕਰਦਾ ਹੈ। ਸੰਤ ਜੀ ਮਹਾਰਾਜ ਦੇ ਹੁਕਮ ਮਿਲਣ 'ਤੇ ਉਸ ਨੂੰ ਸੱਦਿਆ ਗਿਆ। ਜਦ ਉਹ ਆਇਆ ਤਾਂ ਉਸਨੇ ਆਪਣੇ ਥੈਲੇ ਵਿੱਚੋਂ ਕੁਝ ਸੱਪ ਦੇ ਮਣਕੇ ਕੱਢੇ। ਦਾਸ ਉਸ ਵੇਲੇ ਹਾਜ਼ਰ ਸੀ। ਵਾਰੀ-ਵਾਰੀ ਮਣਕੇ ਜ਼ਖਮ ਦੇ ਸਾਹਮਣੇ ਲਿਆਂਦੇ। ਉਹਨਾਂ ਵਿੱਚੋਂ ਇੱਕ ਬੜੀ ਤੇਜ਼ੀ ਨਾਲ ਉੱਡ ਕੇ ਜ਼ਖਮ ਦੇ ਮੂੰਹ 'ਤੇ ਚੰਬੜ ਗਿਆ। ਥੋੜ੍ਹੇ ਚਿਰ ਮਗਰੋਂ ਮਣਕਾ ਫੁੱਲ ਗਿਆ ਅਤੇ ਜ਼ਖਮ ਨਾਲੋਂ ਸੌਖਾ ਹੀ ਲੈ ਗਿਆ। ਜੋਗੀ ਦੇ ਇਸ ਸ਼ਾਗਿਰਦ ਨੇ ਜਦ ਇਸ ਨੂੰ ਆਪਣੇ ਹੱਥਾਂ ਵਿੱਚ ਨਪੀੜਿਆ, ਧਰਤੀ 'ਤੇ 5-6 ਟੇਪੇ ਪੀਲੇ-ਪੀਲੇ ਪਾਣੀ ਦੇ ਡਿੱਗੇ। ਪ੍ਰੇਮੀ ਨੇ ਆਖਿਆ ਕਿ ਸੰਤ ਜੀ ਮਹਾਰਾਜ ਨੂੰ ਸੰਗਚੂਰ ਸੱਪ ਲੜਿਆ ਹੈ। ਮੇਰੀ ਪ੍ਰੀਖਿਆ ਇਹ ਦੱਸਦੀ ਹੈ। ਦਿੱਲੀ ਵਾਲੇ ਸੱਪਾਂ ਦੇ ਮਾਹਰ ਨੇ ਵੀ ਇਹੋ ਗੱਲ ਆਖੀ ਸੀ, ਪਰ ਕਰਤਾਰ ਦੀ ਨੇਤ ਜਿੱਥੇ ਕਿਤੇ ਸੱਪ ਦਾ ਦਰੁਸਤ ਇਲਾਜ ਸ਼ੁਰੂ ਹੋਇਆ, ਉੱਥੇ ਹੀ ਸਮੇਂ ਦੀ ਲਹਿਰ ਨੇ ਵਿਘਨ ਪਾਇਆ। ਜਦ ਸਾਧੂ ਆਪਣੀ ਪ੍ਰੀਖਿਆ ਕਰ ਚੁੱਕਾ ਤੇ ਉਸ ਨੂੰ ਇਲਾਜ ਕਰਨ ਲਈ ਆਖਿਆ ਗਿਆ, ਤਦ ਉਸਨੇ ਹੱਥ ਜੋੜ ਸੰਤ ਜੀ ਮਹਾਰਾਜ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਮੇਰੀ ਗਰੀਬ ਕੁਟੀਆ ਵਿੱਚ ਚਰਨ ਪਾਓ। ਉੱਥੇ ਮੈਂ ਦਵਾਈ ਤਿਆਰ ਰੱਖਾਂਗਾ ਅਤੇ ਪਹਿਲੀ ਵਾਰੀ ਉਸ ਜਗ੍ਹਾ ਚਰਨ ਤੇ ਲਾਵਾਂਗਾ। ਹਜ਼ੂਰ ਦੇ ਚਰਨ ਪੈਣ ਨਾਲ ਮੇਰੀ ਕੁਟੀਆ ਪੱਕੀ ਬਣ ਜਾਵੇਗੀ। ਉਸ ਦਾ ਆਸ਼ਾ ਸਮਝ ਕੇ ਗਰੀਬ ਨਿਵਾਜ ਸੰਤ ਜੀ ਨੇ ਉਸ ਦੀ ਬੇਨਤੀ ਪ੍ਰਵਾਨ ਕਰ ਲਈ ਤੇ ਦੂਜੇ ਦਿਨ ਸਵੇਰੇ ਹੀ ਦੀਵਾਨ ਦੇ ਮਗਰੋਂ ਉੱਧਰ ਤੁਰਨ ਦਾ ਗੁਰਮਤਾ ਹੋ ਗਿਆ। ਉਸ ਵੇਲੇ ਜੋਗੀਵਾਲ ਦੇ ਇੱਕ ਪ੍ਰੇਮੀ ਵਾਹਿਗੁਰੂ ਸਿੰਘ ਨੂੰ ਰੱਥ ਲਿਆਉਣ ਦੀ ਆਗਿਆ ਕੀਤੀ ਗਈ। ਆਸਾ ਜੀ ਦੀ ਵਾਰ ਦੇ ਭੋਗ ਦੇ ਮਗਰੋਂ 8 ਕੁ ਵਜੇ ਰੱਥ ਆ ਗਿਆ। ਸੰਤ ਜੀ ਇਸ ਤੇ ਚੜ੍ਹ ਸਾਧੂ ਦੀ ਨਗਰੀ ਵੱਲ ਤੁਰ ਪਏ। ਰਾਹ ਵਿੱਚ ਸੰਤ ਜੀ ਆਪਣੇ ਰੰਗ ਵਿੱਚ ਆ ਗਏ ਤੇ ਹੱਸ ਕੇ ਕਹਿਣ ਲੱਗੇ, ਭਾਈ ਅਰਜਨ ਦਾ ਰਥਵਾਈ ਕਿਸ਼ਨ ਸੀ, ਸਾਡਾ ਰਥਵਾਈ ਵਾਹਿਗੁਰੂ ਆਪ ਹੈ। ਇਸ ਤਰ੍ਹਾਂ ਬਚਨ ਬਿਲਾਸ ਕਰਦੇ ਹੌਲੀ-ਹੌਲੀ ਰੱਥ ਤੁਰਿਆ ਗਿਆ। ਦਾਸ ਨਾਲ-ਨਾਲ ਪੈਦਲ ਅਰਦਲ ਵਿੱਚ ਸੀ। 2 ਘੰਟੇ ਮਗਰੋਂ ਸਾਧੂ ਦੀ ਕੁਟੀਆ ਆ ਗਈ। ਇਹ ਪਿੰਡ ਤੋਂ ਬਾਹਰ ਇੱਕ ਪਾਸੇ ਹੀ ਸੀ। ਕੱਚੀ ਜਿਹੀ ਝੁੱਗੀ ਅਤੇ ਆਲੇ-ਦੁਆਲੇ ਥੋਹਰ ਦੀ ਵਾੜ, ਜਿਸ ਦੇ ਨਾਲ-ਨਾਲ ਕਈ ਵਰਮੀਆਂ ਸਨ। ਦੂਰੋਂ ਹੀ ਦੇਖ ਕੇ ਸਾਧੂ ਨੇ ਸੰਤ ਜੀ ਮਹਾਰਾਜ ਵਾਸਤੇ ਇੱਕ ਮੰਜਾ ਢਾ ਦਿੱਤਾ। ਸੰਤ ਜੀ ਮਹਾਰਾਜ ਰੱਥ ਤੋਂ ਉਤਰੇ ਅਤੇ ਇਸੇ ਮੰਜੇ 'ਤੇ ਸੱਜ ਗਏ। ਨਗਰ ਦੀ ਸੰਗਤ ਤੇ ਕਈ ਪ੍ਰੇਮੀ ਦਰਸ਼ਨ ਲਈ ਆ ਗਏ। ਸਾਧੂ ਨੇ ਬੜੇ ਪ੍ਰੇਮ ਨਾਲ ਪਹਿਲਾਂ ਚਰਨ ਨੂੰ ਸਾਫ਼ ਕੀਤਾ, ਫਿਰ ਮਣਕੇ ਨਾਲ ਜ਼ਹਿਰ ਦਾ ਪਾਣੀ ਕੱਢ ਦਵਾ ਲਾਈ। ਸੰਤ ਜੀ ਮਹਾਰਾਜ ਇਸ ਤੇ ਬੜੇ ਪ੍ਰਸੰਨ ਹੋਏ ਅਤੇ ਪਿੰਡ ਦੇ ਮੁਖੀ ਸੱਜਣਾਂ ਨੂੰ ਸਾਧੂ ਦੀ ਕੁਟੀਆ ਪੱਕੀ ਕਰਨ ਵਾਸਤੇ ਆਗਿਆ ਕਰ ਦਿੱਤੀ। ਉਹਨਾਂ ਨੇ ਬੜੇ ਪ੍ਰੇਮ ਅਤੇ ਸ਼ਰਧਾ ਨਾਲ ਸੰਤ ਜੀ ਮਹਾਰਾਜ ਦਾ ਬਚਨ ਮੰਨ ਲਿਆ। ਇੱਥੋਂ ਤੁਰ ਸੰਤ ਜੀ ਆਪਣੇ ਆਸਣ ਤੇ ਬਾਲੇਵਾਲ ਆ ਗਏ। ਸਾਧੂ ਰੋਜ਼ ਇੱਥੇ ਆਉਂਦਾ, ਮਣਕੇ ਨਾਲ ਜ਼ਹਿਰ ਦਾ ਪਾਣੀ ਕੱਢਦਾ ਤੇ ਸਾਫ਼ ਕਰ ਦਵਾਈ ਲਾਉਂਦਾ। 5-6 ਦਿਨ ਵਿੱਚ ਹੀ ਚਰਨ ਦੀ ਸਾਰੀ ਸੋਜ ਲੈ ਗਈ। ਖੱਬੇ ਪੈਰ ਵਾਂਗ ਸੱਜੇ ਦਾ ਵੀ ਛੱਪਰ ਹੌਲਾ ਹੋ ਗਿਆ ਅਤੇ ਦਾਸ ਨੂੰ ਤੇ ਹੋਰ ਪ੍ਰੇਮੀਆਂ ਨੂੰ ਇਹ ਆਸ ਬੱਝ ਗਈ ਕਿ ਹੁਣ ਬੜੀ ਛੇਤੀ ਚਰਨ ਠੀਕ ਹੋ ਜਾਏਗਾ ਅਤੇ ਸੰਤ ਜੀ ਮਹਾਰਾਜ ਆਪਣੇ ਆਪ ਤੁਰਨ ਫਿਰਨ ਲੱਗ ਪੈਣਗੇ। ਪਰ ਈਰਖਾ ਦੀ ਲਹਿਰ ਨੇ ਇਸ ਇਲਾਜ ਨੂੰ ਸਿਰੇ ਨਾ ਚੜ੍ਹਨ ਦਿੱਤਾ। ਇਸ ਵੈਰਨ ਦੇ ਬੀਜ ਦਾ ਝਲਕਾਰਾ ਪਹਿਲੇ ਦਿਨ ਹੀ ਪੈ ਗਿਆ। ਜਦ ਸੰਤ ਜੀ ਮਹਾਰਾਜ ਸਾਧੂ ਦੀ ਕੁਟੀਆ ਤੋਂ ਮੁੜ ਕੇ ਬਾਲੇਵਾਲ ਪੁੱਜੇ, ਤਦ ਇਸ ਕੁਟੀਆ ਦੇ ਉਸ ਵੇਲੇ ਦੇ ਮੁਕਾਮੀ ਪ੍ਰਬੰਧਕ ਨੇ ਦਾਸ ਨੂੰ ਤਰਕ ਮਾਰੀ ਕਿ ਤੂੰ ਸੰਤ ਜੀ ਮਹਾਰਾਜ ਨੂੰ ਸਾਧੂ ਦੀ ਕੁਟੀਆ ਲੈ ਗਿਆ ਸੀ, ਹੁਣ ਉਹਦੀ ਕੁਟੀਆ ਪੱਕੀ ਤੂੰ ਹੀ ਕਰਾ ਦੇ। ਦਾਸ ਨੇ ਆਖਿਆ, ਜਿਸ ਤਰ੍ਹਾਂ ਮਾਲਕ ਹੁਕਮ ਦੇਣਗੇ ਹੋ ਜਾਏਗਾ। ਸੰਤ ਜੀ ਮਹਾਰਾਜ ਨੂੰ ਸਦਾ ਹੀ ਸਤਿਗੁਰੂ ਦੀ ਸੇਵਾ ਆਪਣੇ ਸਰੀਰ ਨਾਲੋਂ ਪਿਆਰੀ ਸੀ। ਦਾਸ ਨੂੰ ਅੰਮ੍ਰਿਤਸਰ ਅਕਾਲ ਕਾਲਜ ਦੀ ਸੇਵਾ ਲਈ ਭੇਜ ਦਿੱਤਾ ਅਤੇ ਫਰਮਾਇਆ, ਹੁਣ ਸਾਧੂ ਆਪਣੇ ਆਪ ਆਇਆ ਜਾਇਆ ਕਰੇਗਾ ਤੇ ਇਲਾਜ ਕਰਦਾ ਰਹੇਗਾ। ਤੁਸੀਂ ਅੰਮ੍ਰਿਤਸਰ ਸਾਹਿਬ ਜਾ ਕੇ ਯਤਨ ਕਰੋ ਕਿ ਪੰਥ ਅਕਾਲ ਕਾਲਜ ਦੀ ਸੰਭਾਲ ਕਰੇ। ਜਦ ਇਸ ਹੁਕਮ ਦੀ ਤਾਮੀਲ ਕਰਕੇ ਦਾਸ ਬਾਲੇਵਾਲ ਮੁੜ ਕੇ ਆਇਆ ਤਾਂ ਕੀ ਦੇਖਦਾ ਹੈ ਕਿ ਚਰਨ ਫਿਰ ਸੁੱਜਾ ਹੋਇਆ ਸੀ। ਚਿੱਤ ਨੂੰ ਬੜਾ ਹੀ ਖੇਦ ਹੋਇਆ। ਪ੍ਰੇਮੀਆਂ ਨੂੰ ਪੁੱਛਿਆ ਕਿ ਇਸ ਦਾ ਕੀ ਕਾਰਨ ਹੈ। ਸੋਹਣਾ ਹਲਾਜ ਹੋ ਗਿਆ ਸੀ, ਦਿਨੋਂ ਦਿਨ ਸੋਚ ਘਟ ਰਹੀ ਸੀ, ਕੀ ਭਾਣਾ ਵਰਤ ਗਿਆ। ਉਹਨਾਂ ਨੇ ਦੱਸਿਆ ਕਿ ਭਾਈ ਕਰਮ ਸਿੰਘ ਕੋਠੀ ਦੇ ਪ੍ਰਬੰਧਕ ਨੇ ਲੜ ਕੇ ਸਾਧੂ ਨੂੰ ਹਟਾ ਦਿੱਤਾ। ਉਹ ਵਿਚਾਰਾ ਡਰਦਾ ਮਾਰਿਆ ਫਿਰ ਨਹੀਂ ਆਇਆ। ਕੁਝ ਦਿਨਾਂ ਮਗਰੋਂ ਸਰਦਾਰ ਸਰਦੂਲ ਸਿੰਘ ਜੀ ਕਵੀਸ਼ਰ, ਜਿਨ੍ਹਾਂ ਨੂੰ ਦਾਸ ਸੱਦ ਕੇ ਆਇਆ ਸੀ, ਸੰਤ ਜੀ ਮਹਾਰਾਜ ਦੇ ਦਰਸ਼ਨ ਕਰਨ ਲਈ ਬਾਲੇਵਾਲ ਪੁੱਜ ਗਏ। ਬੜੇ ਅਦਬ ਨਾਲ ਨਮਸਕਾਰ ਕਰਕੇ ਸਾਰੀ ਗੱਲਬਾਤ ਕੀਤੀ ਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਦਾਸ ਤਾਂ ਹਰ ਤਰ੍ਹਾਂ ਹਾਜ਼ਰ ਹੈ, ਪਰ ਇਸ ਵੇਲੇ ਮੇਰੇ ਵੱਸ ਕੁਝ ਨਹੀਂ।
ਪ੍ਰਬੰਧਕ ਕਮੇਟੀ ਦੇ ਅਕਾਲ ਕਾਲਜ ਨੂੰ ਹੱਥ ਪਾਵੇ ਤਾਂ ਸਭ ਕੁਝ ਕਰ ਸਕਦੀ ਹੈ। ਦਰਸ਼ਨ ਕਰਨ ਦੇ ਮਗਰੋਂ ਜਦ ਸਰਦਾਰ ਸਰਦੂਲ ਸਿੰਘ ਜੀ ਕਵੀਸ਼ਰ ਦਾਸ ਨਾਲ ਬਾਲੇਵਾਲ ਦੇ ਗੁਰਦੁਆਰੇ ਦੇ ਦਰਸ਼ਨ ਕਰਨ ਆਏ ਤਾਂ ਰਾਹ ਵਿੱਚ ਕਹਿਣ ਲੱਗੇ, ਮੈਨੂੰ ਅੱਜ ਬੜਾ ਹੀ ਅਚਰਜ ਹੋਇਆ ਹੈ। ਸੰਤ ਜੀ ਮਹਾਰਾਜ ਦੇ ਚਰਨ ਦੀ ਹਾਲਤ ਤਾਂ ਬੜੀ ਹੀ ਖਰਾਬ ਨਜ਼ਰ ਆਉਂਦੀ ਹੈ, ਪਰ ਮਹਾਰਾਜ ਜੀ ਦਾ ਚਿਹਰਾ ਉਸੇ ਤਰ੍ਹਾਂ ਹੀ ਦਗਦਗ ਕਰ ਰਿਹਾ ਹੈ। ਖਿੜੇ ਮੱਥੇ ਪੂਰਨ ਆਨੰਦ ਵਿੱਚ ਸਾਰਿਆਂ ਨਾਲ ਪ੍ਰੇਮ ਭਰੇ ਬਚਨ ਬਿਲਾਸ ਕਰਦੇ ਹਨ। ਦੁੱਖ ਦਰਦ ਦਾ ਕੋਈ ਅਹਿਸਾਸ ਵੀ ਨਹੀਂ ਮਾਲੂਮ ਹੁੰਦਾ। ਰਾਤ ਰਹਿ ਕੇ ਕਵੀਸ਼ਰ ਜੀ ਦੂਜੇ ਦਿਨ ਲਾਹੌਰ ਮੁੜ ਗਏ। ਸ਼ਾਮ ਦੇ ਵੇਲੇ ਕਥਾ ਵਿੱਚ ਅਤੇ ਕਈ ਵਾਰੀ ਸਹਿਜ ਸੁਭਾਅ ਬਚਨ ਬਿਲਾਸ ਕਰਦਿਆਂ ਸੰਤ ਜੀ ਮਹਾਰਾਜ ਵਿਚਾਰ ਅਤੇ ਪਰਮਾਰਥ ਦੇ ਕਈ ਗੂੜੇ ਨੁਕਤੇ ਪੂਰਨ ਅਤੇ ਬੜੀ ਸਧਾਰਨ ਜੁਗਤ ਨਾਲ ਸਮਝਾਉਂਦੇ। ਇਹਨਾਂ ਵਿੱਚੋਂ ਖਾਸ ਧਿਆਨਯੋਗ ਇਹ ਬਚਨ ਹਨ। ਇੱਕ ਦਿਨ ਦਾਸ ਨੂੰ ਪੁੱਛਣ ਲੱਗੇ, ਭਾਈ ਤੇਜਾ ਸਿੰਘ ਜੀ, ਦੁਨੀਆ ਵਿੱਚ ਅਸਲੀ ਪਾਤਸ਼ਾਹ ਕੌਣ ਹੈ? ਦਾਸ ਨੇ ਆਖਿਆ, ਫਕੀਰ। ਸੰਤ ਜੀ ਮਹਾਰਾਜ ਹੱਸ ਕੇ ਬੋਲੇ, ਭਾਈ ਪਰਮਾਰਥ ਦੀ ਗੱਲ ਨਹੀਂ ਪੁੱਛੀ, ਵਿਹਾਰ ਦੀ ਗੱਲ ਪੁੱਛੀ ਹੈ, ਸੋਚ ਕੇ ਦੱਸੋ। ਸੰਤ ਤੇਜਾ ਸਿੰਘ ਨੇ ਬਹੁਤੇਰੀ ਦਲੀਲ ਦੌੜਾਈ ਪਰ ਕੋਈ ਗੱਲ ਨਾ ਫੁਰੀ। ਆਖਰ ਬੇਨਤੀ ਕਰਨੀ ਪਈ, ਸੱਚੇ ਪਾਤਸ਼ਾਹ ਆਪ ਦੱਸੋ। ਸੰਤ ਜੀ ਮਹਾਰਾਜ ਨੇ ਫਰਮਾਇਆ, ਅਸਲੀ ਪਾਤਸ਼ਾਹ ਜ਼ਿਮੀਂਦਾਰ ਹੈ। ਇਹਦੇ ਅੱਗੇ ਸਾਰੇ ਹੱਥ ਕਰਦੇ ਹਨ, ਇਹ ਕਿਸੇ ਅੱਗੇ ਹੱਥ ਨਹੀਂ ਕਰਦਾ। ਇਹ ਕਿਸੇ ਅੱਗੇ ਜੇ ਜ਼ਿਮੀਂਦਾਰ ਆਪਸ ਵਿੱਚ ਇਤਫਾਕ ਕਰ ਲੈਣ ਤਾਂ ਇਹ ਸਭ ਨੂੰ ਆਪਣੇ ਅਧੀਨ ਕਰ ਸਕਦੇ ਹਨ। ਇੱਕ ਦਾਣਾ ਕਿਸੇ ਨੂੰ ਨਾ ਦੇਣ, ਪਰ ਇਹਨਾਂ ਗਿਆਨ ਵਿਹੂਣਿਆਂ ਦੀ ਇਹ ਹਾਲਤ ਹੈ। ਜਦ ਨਿੱਕੀ ਉਮਰੇ ਅਸੀਂ ਭੇਡਾਂ ਚਾਰਦੇ ਤਾਂ ਭੇਡ ਨੂੰ ਜ਼ਮੀਨ 'ਤੇ ਲੰਮਾ ਪਾ ਉਹਦੇ ਕੰਨ 'ਤੇ ਛਿੱਤਰ ਰੱਖ ਦਿੰਦੇ, ਆਖਦੇ ਤੈਨੂੰ ਛਿੱਤਰ ਦੀ ਸਹੁੰ, ਤੂੰ ਉੱਠਣਾ ਨਹੀਂ। ਉਹ ਭੇਡ ਉੱਥੇ ਹੀ ਲੰਮੀ ਪਈ ਰਹਿੰਦੀ। ਇਹ ਚੋਰੀ ਯਾਰੀ ਸ਼ਰਾਬ ਅਤੇ ਖੂਨ ਖਰਾਬੇ ਕਰਕੇ ਆਪਣੀ ਸਾਰੀ ਕਮਾਈ ਗਵਾ ਦਿੰਦੇ ਹਨ। ਜਦ ਕਚਹਿਰੀ ਵਿੱਚ ਕੋਈ ਮੁਕੱਦਮਾ ਆ ਪਾਉਂਦਾ ਹੈ ਤਾਂ ਬੋਝੇ ਵਿੱਚ ਸੈਂਕੜੇ ਰੁਪਏ ਪਾ ਅਫਸਰ ਦੇ ਘਰ ਜਾਂਦਾ ਹੈ। ਅੱਗੋਂ ਉਹ ਗਾਲਾਂ ਕੱਢਦਾ ਹੈ ਤੇ ਆਖਦਾ ਹੈ, ਜਾਓ ਚਲੇ ਜਾਓ। ਉਹ ਢੀਠ ਹੋ ਕੇ ਹੱਥ ਜੋੜਦਾ ਹੈ ਤੇ ਆਖਦਾ ਹੈ, ਨਹੀਂ ਹਜ਼ੂਰ, ਇਹ ਤਾਂ ਆਪਦੇ ਬਾਲ ਬੱਚੇ ਦੀ ਮਿਠਾਈ ਵਾਸਤੇ ਹਾਜ਼ਰ ਕਰਦਾ ਹਾਂ। ਦੂਜੇ ਪਾਸੇ ਸੰਤ ਜੀ ਮਹਾਰਾਜ ਨੇ ਇੱਕ ਸੰਤੋਖੀ ਜ਼ਿਮੀਂਦਾਰ ਦੀ ਸਾਖੀ ਸੁਣਾਈ। ਇਹ ਪ੍ਰੇਮੀ ਭੇਡਾਂ ਚਾਰਦਾ, ਇਹਦੇ ਕੱਪੜੇ ਲੀਰਾਂ ਲੱਥੇ ਹੁੰਦੇ। ਜਿਹੜਾ ਉਸ ਨੂੰ ਮਿਲਦਾ ਉਸ ਨੂੰ ਆਖਦਾ, ਮੈਂ ਪਾਤਸ਼ਾਹ ਹਾਂ। ਇੱਕ ਪ੍ਰੇਮੀ ਨੇ ਆਖਿਆ, ਭਾਈ ਤੂੰ ਤਾਂ ਫਕੀਰ ਹੈ, ਪਾਤਸ਼ਾਹ ਕਿਸ ਤਰ੍ਹਾਂ? ਤੇਰੇ ਤਨ 'ਤੇ ਤਾਂ ਲੀਰਾਂ ਪਹਿਨੀਆਂ ਹੋਈਆਂ ਹਨ। ਨਿਡਰ ਅਤੇ ਖਿੜੇ ਮੱਥੇ ਜ਼ਿਮੀਂਦਾਰ ਨੇ ਜਵਾਬ ਦਿੱਤਾ, ਚੋਰੀ ਯਾਰੀ ਮੈਂ ਨਹੀਂ ਕਰਦਾ, ਕਿਸੇ ਅੱਗੇ ਹੱਥ ਮੈਂ ਨਹੀਂ ਅੱਡਦਾ, ਮੇਰੇ ਜਿਹਾ ਪਾਤਸ਼ਾਹ ਕੌਣ ਹੈ? ਇੱਕ ਦਿਨ ਯੋਗ ਵਸ਼ਿਸ਼ਟ ਦੀ ਕਥਾ ਦੇ ਸਮੇਂ ਮਨ ਦੀ ਪਰਥਾਏ ਪ੍ਰਚਾਰ ਹੋ ਰਿਹਾ ਸੀ। ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਇਸ ਦਾ ਜਿਤਨਾ ਬੜਾ ਹੀ ਕਠਨ ਹੈ। ਕਈ ਵਾਰੀ ਇਹ ਮਾਰਿਆ ਹੋਇਆ ਭਾਸਦਾ ਹੈ ਪਰ ਫਿਰ ਜਾਗ ਪੈਂਦਾ ਹੈ। ਜਦ ਤੱਕ ਬਿਰਹੋਂ ਦੀ ਭੱਠੀ ਵਿੱਚ ਇਹ ਮਨ ਰੂਪੀ ਦਾਣਾ ਪੂਰਾ ਨਾ ਭੁੱਜ ਜਾਵੇ, ਇਸ ਦਾ ਕੱਚਾ ਅੰਕੁਰ ਫਿਰ ਜੰਮ ਪੈਂਦਾ ਹੈ। ਭੁੱਜੇ ਅਤੇ ਕੱਚੇ ਦਾਣੇ ਦੀ ਸ਼ਕਲ ਵਿੱਚ ਕੋਈ ਫਰਕ ਨਹੀਂ, ਪਰ ਭੁੱਜਿਆ ਹੋਇਆ ਦਾਣਾ ਨਹੀਂ ਉੱਗਦਾ ਅਤੇ ਕੱਚੇ ਅੰਕੁਰ ਵਾਲਾ ਫੁੱਟ ਪੈਂਦਾ ਹੈ। ਭਾਈ ਕਿਧਰੇ ਸ਼ੇਖ ਚਿੱਲੀ ਵਾਂਗਣ ਤਾਜ਼ੇ ਮੋਇਆਂ ਵਾਲੀ ਗੱਲ ਨਾ ਬਣ ਜਾਵੇ। ਜਗਿਆਸੂ ਨੂੰ ਬੜਾ ਹੀ ਸੁਚੇਤ ਰਹਿਣਾ ਚਾਹੀਦਾ ਹੈ। ਦੁਨੀਆ ਬੜੀ ਚਤੁਰ ਹੈ, ਉੱਡਦੇ ਜਾਂਦੇ ਨੂੰ ਗੋਲੀ ਮਾਰ ਕੇ ਹੇਠਾਂ ਡੋਇਕ ਲੈਂਦੀ ਹੈ। ਇਹ ਜੀਵ ਦੀ ਕਈ ਵਾਰੀ ਇੱਲ ਵਾਂਗੂ ਉਡਾਰੀ ਮਾਰਦਾ ਹੈ ਅਤੇ ਬੜਾ ਉੱਚਾ ਆਕਾਸ਼ ਵਿੱਚ ਚੜ੍ਹ ਜਾਂਦਾ ਹੈ, ਪਰ ਬੋਟੀ ਦੇਖ ਝੱਟ ਝਪਟਾ ਮਾਰ ਧਰਤੀ 'ਤੇ ਡਿੱਗ ਪੈਂਦਾ ਹੈ। ਫਿਰ ਸੰਤ ਜੀ ਨੇ ਸ਼ੇਖ ਚਿੱਲੀ ਦੀ ਸਾਰੀ ਸਾਖੀ ਆਖ ਸੁਣਾਈ। ਇੱਕ ਦਿਨ ਸ਼ੇਖ ਚਿੱਲੀ ਇੱਕ ਦਰਖਤ ਦੀ ਟਾਹਣੀ 'ਤੇ ਬੈਠਾ ਉਸੇ ਨੂੰ ਹੀ ਕੱਟ ਰਿਹਾ ਸੀ। ਹੇਠੋਂ ਇੱਕ ਰਾਹੀ ਲੰਘਿਆ, ਉਸਨੇ ਆਖਿਆ, ਤੂੰ ਡਿੱਗ ਪਏਗਾ, ਇਹ ਟਾਹਣੀ ਨਾ ਕੱਟ। ਸ਼ੇਖ ਚਿੱਲੀ ਨੇ ਆਖਿਆ, ਜਾ ਜਾ, ਤੇਰੇ ਵਰਗੇ ਕਈ ਦੇਖੇ ਨੇ ਮੈਂ। ਅਜੇ ਰਾਹੀ 100 ਕੁ ਕਦਮ ਟੁਰਿਆ ਸੀ ਕਿ ਟਾਹਣੀ ਟੁੱਟ ਗਈ ਅਤੇ ਸ਼ੇਖ ਚਿੱਲੀ ਧਰਤੀ ਤੋਂ ਡਿੱਗ ਗਿਆ। ਸੱਟ ਸੁੱਟ ਦੀ ਕੋਈ ਪਰਵਾਹ ਨਾ ਕੀਤੀ, ਦੌੜਿਆ ਰਾਹੀ ਦੇ ਮਗਰ ਲੱਗਾ, ਆਵਾਜ਼ਾਂ ਮਾਰ, ਤੂੰ ਤਾਂ ਰੱਬ ਹੈ, ਦੱਸ ਮੈਂ ਕਦੋਂ ਮਰਾਂਗਾ, ਤੂੰ ਤਾਂ ਰੱਬ ਹੈ, ਦੱਸ ਮੈਂ ਕਦੋਂ ਮਰਾਂਗਾ। ਥੋੜ੍ਹੇ ਚਿਰ ਵਿੱਚ ਹੀ ਰਾਹੀ ਦੇ ਕੋਲ ਪੁੱਜਾ। ਉਸਦਾ ਪੱਲਾ ਫੜ ਆਪਣਾ ਸਵਾਲ ਬਾਰ-ਬਾਰ ਦੁਹਰਾਈ ਜਾਵੇ। ਹੁਣ ਰਾਹੀ ਨੂੰ ਆਪਣਾ ਪਿੱਛਾ ਛੁਡਾਉਣਾ ਮੁਸ਼ਕਲ ਹੋ ਗਿਆ, ਪਰ ਬੰਦਾ ਜੁਗਤੀ ਵਾਲਾ ਸੀ। ਆਖਿਆ ਕਿ ਭਾਈ ਤੂੰ ਤਾਂ ਮਰ ਗਿਆ ਹੈ, ਉਹ ਸਾਹਮਣਾ ਟੋਇਆ ਤੇਰੀ ਕਬਰ ਹੈ, ਉਸ ਵਿੱਚ ਪੈ ਜਾ। ਸ਼ੇਖ ਚਿੱਲੀ ਉਸੇ ਵੇਲੇ ਟੋਏ ਵਿੱਚ ਜਾ ਲੰਮਾ ਪੈ ਗਿਆ। ਰਾਹੀ ਅੱਗੇ ਟੁਰ ਗਿਆ। ਥੋੜ੍ਹੇ ਚਿਰ ਮਗਰੋਂ ਇੱਕ ਹੋਰ ਪ੍ਰੇਮੀ ਆ ਗਿਆ। ਇਸ ਦੇ ਸਿਰ ਦੇ ਉੱਤੇ ਇੱਕ ਪੀਪਾ ਚੁੱਕਿਆ ਹੋਇਆ ਸੀ। ਭਾਰ ਦਾ ਅੱਕਿਆ ਹੋਇਆ ਉੱਚੀ ਉੱਚੀ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਪਿਆ। ਇਸ ਜੂਹ ਵਿੱਚ ਕੋਈ ਬੰਦਾ ਜਾਂ ਬੰਦੇ ਦੀ ਜਾਤ ਨਜ਼ਰ ਨਹੀਂ ਪੈਂਦੀ, ਨਹੀਂ ਤਾਂ ਪੀਪਾ ਚੁਕਾ ਕੁਝ ਮਜ਼ਦੂਰੀ ਦੇ ਦਿੰਦਾ।
ਟੋਏ ਵਿੱਚ ਪਿਆ ਸ਼ੇਖ ਚਿੱਲੀ ਬੋਲ ਉੱਠਿਆ, ਜਦੋਂ ਜਿਉਂਦੇ ਸਾਂ ਭਾਰ ਚੁੱਕ ਲੈਂਦੇ ਸਾਂ, ਹੁਣ ਤਾਂ ਮੋਏ ਪਏ ਹਾਂ। ਭਾਰ ਵਾਲੇ ਪ੍ਰੇਮੀ ਨੇ ਆਖਿਆ, ਭਾਈ ਕਦੇ ਮੋਏ ਹੋਏ ਵੀ ਬੋਲਦੇ ਹਨ? ਸ਼ੇਖ ਚੁੱਲੀ ਬੋਲਿਆ, ਯਾਰ ਤਾਜ਼ਾ ਮੋਇਆ ਹੋਇਆ ਹਾਂ। ਇਸੇ ਤਰ੍ਹਾਂ ਜੀਵ ਥੋੜ੍ਹੇ ਅਭਿਆਸ ਮਗਰੋਂ ਆਪਣੇ ਆਪ ਨੂੰ ਮਨ ਕਰਕੇ ਮੋਇਆ ਹੋਇਆ ਸਮਝਣ ਲੱਗ ਪੈਂਦਾ ਹੈ, ਪਰ ਨਿੱਕੀ ਜਿਹੀ ਦ੍ਰਿਸ਼ਟਮਾਨ ਦੀ ਖਿੱਚ ਨਾਲ ਇਹ ਤਾਜ਼ੇ ਮੋਏ ਸ਼ੇਖ ਚਿੱਲੀ ਵਾਂਗੂ ਭੁੜਕ ਉੱਠਦਾ ਹੈ। ਪ੍ਰੇਮੀਓ, ਇਸ ਮਨ ਦਾ ਕੋਈ ਵਸਾਹ ਨਹੀਂ। ਘਾਹ ਵਿੱਚ ਲੁਕੇ ਹੋਏ ਸੱਪ ਵਾਂਗੂ ਇਹ ਅਸ਼ੋਪ ਹੀ ਸਿਰੀ ਕੱਢ ਡੰਗ ਮਾਰ ਜਾਂਦਾ ਹੈ। ਇੱਕ ਦਿਨ ਇਸ ਗੱਲ ਦੇ ਵਿਚਾਰ ਟੁਰ ਪਈ ਕਿ ਬੰਦਾ ਫਸਿਆ ਹੋਇਆ ਮਾਰ ਖਾਂਦਾ ਹੈ। ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਜਿਹੜੇ ਪ੍ਰੇਮੀ ਆਪਣੇ ਮਨ ਦੇ ਮਗਰ ਲੱਗ ਕੇ ਕੂਕਦੇ ਹਨ, ਅਸੀਂ ਆਜ਼ਾਦ ਬਣ ਗਏ ਹਾਂ, ਉਹ ਭੁਲੇਖੇ ਵਿੱਚ ਹਨ। ਜਦ ਤੀਕਰ ਜੀਵ ਸੰਤੋਖ ਧਾਰਨ ਕਰਕੇ ਆਪਣੀਆਂ ਆਦਤਾਂ ਅਤੇ ਰਸਨਾ ਇੰਦਰੀ ਦੇ ਸਵਾਦਾਂ ਤੋਂ ਉੱਚਾ ਨਹੀਂ ਹੁੰਦਾ, ਤਦ ਤੀਕਰ ਇਹ ਗੁਲਾਮ ਹੈ। ਮੱਕੜੀ ਵਾਂਗੂ ਆਪਣੇ ਆਲੇ ਦੁਆਲੇ ਜਾਲ ਤਣ ਕੇ ਫਸਿਆ ਹੋਇਆ ਮਾਰ ਖਾਈ ਜਾਂਦਾ ਹੈ। ਇੱਕ ਦਿਨ ਬੁੱਲੇ ਸ਼ਾਹ ਛੁੱਟਿਆ ਹੋਇਆ ਆਜ਼ਾਦ ਫਕੀਰ ਮਸੀਤ ਅੰਦਰੋਂ ਲੰਘ ਰਿਹਾ ਸੀ। ਅੰਦਰ ਮੌਲਵੀ ਅਤੇ ਹੋਰ ਕਈ ਸਰਾਂ ਦੇ ਜਕੜੇ ਹੋਏ ਪ੍ਰੇਮੀ ਨਮਾਜ਼ ਪੜ੍ਹ ਰਹੇ ਸੀ। ਬੁੱਲੇ ਨੂੰ ਜੋ ਮੌਜ ਆਈ, ਲੱਗਾ ਧਰਤੀ ਤੇ ਪੈਰ ਨਾਲ ਜੁੱਤੀਆਂ ਮਾਰਨ, ਆਖੇ, ਮੇਰੀ ਜੁੱਤੀ ਹੇਠਾਂ ਰੱਬ, ਮੇਰੀ ਜੁੱਤੀ ਹੇਠਾਂ ਰੱਬ। ਮਸੀਤ ਦੇ ਅੰਦਰਲੇ ਨਮਾਜ਼ੀ ਸੱਜਣ ਨਮਾਜ਼ ਤਾਂ ਪੜ੍ਹਦੇ ਰਹੇ, ਪਰ ਇਹਨਾਂ ਦਾ ਧਿਆਨ ਬੁੱਲੇ ਵੱਲ ਬਦਲ ਗਿਆ। ਮਨ ਵਿੱਚ ਆਖਣ ਲੱਗ ਪਏ ਕਿ ਇਹ ਕਾਫਰ ਕੀ ਕਰ ਰਿਹਾ ਹੈ? ਨਮਾਜ਼ ਤੋਂ ਵਿਹਲੇ ਹੋਈਏ, ਫਿਰ ਇਸ ਨੂੰ ਇਸ ਤੇ ਕੁਫਰ ਦੀ ਸਜ਼ਾ ਭੁਗਤਾਈਏ। ਬਸ ਧਰਤੀ ਤੇ ਆਖਰੀ ਸਜਦਾ ਕਰ ਛੇਤੀ ਛੇਤੀ ਮਸੀਤ ਤੋਂ ਬਾਹਰ ਨਿਕਲੇ ਅਤੇ ਬੁੱਲੇ ਨੂੰ ਕਾਬੂ ਕਰ ਲਿਆ। ਲਿਆਏ ਕਾਜੀ ਪਾਸ। ਘੰਟਾ ਕੁ ਸਾਰਿਆ ਆਪਣੀ ਥਾਂ ਬੁੱਲੇ ਦੀ ਇਸ ਕੁਫਰ ਭਰੀ ਕਰਤੂਤ ਦਾ ਬਿਆਨ ਦਿੱਤਾ। ਬੁੱਲਾ ਵਿਚਾਰਾ ਚੁੱਪ ਚਪੀਤਾ ਇੱਕ ਪਾਸੇ ਖੜਾ ਰਿਹਾ। ਜਦ ਸਾਰੇ ਆਪਣੀ ਆਪਣੀ ਗੱਲ ਕਰ ਚੁੱਕੇ ਤਾਂ ਇਸਨੇ ਹੌਲੀ ਜਿਹੀ ਬੜੇ ਅਦਬ ਨਾਲ ਕਾਜੀ ਨੂੰ ਆਖਿਆ, ਜਨਾਬ ਤੁਸੀਂ ਫਰਮਾਓ ਕਿ ਮੇਰੀ ਜੁੱਤੀ ਹੇਠਾਂ ਰੱਬ ਨਹੀਂ? ਕਾਜੀ ਸਿਆਣਾ ਸੀ, ਸਮਝ ਗਿਆ। ਆਖਿਆ, ਉਸ ਭਾਈ ਇਹ ਤਾਂ ਸਾਈਂ ਦਾ ਫਕੀਰ ਹੈ, ਛੱਡ ਦਿਓ। ਕਾਜੀ ਕੋਲੋਂ ਤਾਂ ਬੁੱਲੇ ਨੂੰ ਛੁਟਕਾਰਾ ਮਿਲ ਗਿਆ, ਪਰ ਮੌਲਵੀਆਂ ਨੇ ਆਪਣੇ ਦਿਲ ਵਿੱਚ ਰੜਕ ਰੱਖੀ। ਸਲਾਹ ਕੀਤੀ ਕਿ ਜਦੋਂ ਕਦੀ ਇਹ ਬਾਹਰ ਜੰਗਲ ਵਿੱਚ ਇਕੱਲਾ ਮਿਲੇ, ਇਹਨੂੰ ਖੂਬ ਕੁੱਟੀਏ। ਇੱਕ ਦਿਨ ਬੁੱਲਾ ਇਹਨਾਂ ਮੌਲਵੀਆਂ ਤੇ ਇਹਨਾਂ ਦੇ ਕੁਝ ਗੁੰਡੇ ਸਾਥੀਆਂ ਦੇ ਕਾਬੂ ਆ ਗਿਆ। ਮੌਲਵੀਆਂ ਨੇ ਗੁੰਡਿਆਂ ਨੂੰ ਹੁਕਮ ਦਿੱਤਾ ਕਿ ਇਹਨੂੰ ਖੂਬ ਛਿਤਰਾਓ। ਜਦ ਛਿਤਰਾਉਣ ਲੱਗੇ ਤਦ ਮੌਲਵੀਆਂ ਨੇ ਬੁੱਲੇ ਨੂੰ ਪੁੱਛਿਆ, ਬੁੱਲਿਆ ਤੂੰ ਕੌਣ ਹੈ? ਇਸਨੇ ਆਖਿਆ, ਬੰਦਾ। ਹੁਣ ਛਿੱਤਰ ਬੰਦ ਹੋ ਗਏ ਤੇ ਇਸ ਨੂੰ ਛੱਡ ਦਿੱਤਾ ਗਿਆ। ਫਿਰ ਕਾਜ਼ੀਆਂ ਨੇ ਪੁੱਛਿਆ, ਬੁੱਲਿਆ ਤੂੰ ਕੌਣ ਹੈ? ਇਸਨੇ ਆਖਿਆ, ਖੁਦਾ। ਕਾਜ਼ੀਆਂ ਮੌਲਵੀਆਂ ਨੂੰ ਅੱਗ ਲੱਗ ਗਈ। ਆਖਿਆ, ਮਾਰੋ ਕਾਫਰ ਨੂੰ। ਇਸੇ ਤਰ੍ਹਾਂ ਜਦ ਮਾਰਦੇ ਨੂੰ ਪੁੱਛਣ ਤਦ ਬੁੱਲਾ ਬੰਦਾ ਕਹੇ ਅਤੇ ਜਦ ਛੁੱਟੇ ਨੂੰ ਪੁੱਛਣ ਤਦ ਬੁੱਲਾ ਖੁਦਾ ਕਹੇ। ਮੌਲਵੀ ਅੱਕ ਗਏ, ਸਾਰੀ ਤਾਜੀਬ ਭੁੱਲ ਗਈ। ਆਖਣ ਲੱਗੇ, ਸਹੁਰਿਆ ਇਹ ਕੀ? ਇਸਨੇ ਆਖਿਆ, ਬੰਦਾ ਖੁਲਾਸ ਖੁਦਾ। ਇਸੇ ਤਰ੍ਹਾਂ ਹੀ ਜੀਵ ਆਪਣੀ ਵਾਸਨਾ ਅਤੇ ਆਦਤਾਂ ਦਾ ਬੱਧਾ ਹੋਇਆ ਗੁਲਾਮ ਬੰਦਾ ਹੈ ਅਤੇ ਇਹਨਾਂ ਤੋਂ ਛੁੱਟਿਆ ਹੋਇਆ ਆਜ਼ਾਦ ਖੁਦ ਖੁਦਾ ਹੈ। ਜਦ ਤੀਕਰ ਬੰਦਾ ਖੁਦ ਗਰਜ਼ੀ ਦਾ ਜਕੜਿਆ ਹੋਇਆ ਹੈ, ਆਪ ਵੀ ਗੁਲਾਮ ਹੈ ਅਤੇ ਦੂਜਿਆਂ ਨੂੰ ਵੀ ਗੁਲਾਮ ਬਣਾਉਂਦਾ ਹੈ। ਖੁਦਗਰਜੀ ਤੋਂ ਰਹਿਤ ਇਨਸਾਨ ਹੀ ਆਜ਼ਾਦ ਹੋ ਸਕਦਾ ਹੈ। ਬਿਕਰਮਜੀਤ ਵਾਂਗੂ ਐਸਾ ਪੁਰਸ਼ ਹੀ ਸਾਰੀ ਪ੍ਰਜਾ ਨੂੰ ਇੱਕ ਨਿਗਾਹ ਨਾਲ ਦੇਖ ਕੇ ਸੁਖੀ ਅਤੇ ਆਨੰਦ ਰੱਖ ਸਕਦਾ ਹੈ। ਮਨ ਰੋਕਣ ਦੀ ਪ੍ਰਥਾਏ ਇੱਕ ਦਿਨ ਸੰਤ ਜੀ ਮਹਾਰਾਜ ਨੇ ਇਹ ਸਾਖੀ ਸੁਣਾਈ। ਅੰਮ੍ਰਿਤਸਰ ਸਾਹਿਬ ਸੁਦਾਸਰ ਸਰੋਵਰ ਦੀ ਪਰਿਕਰਮਾ ਵਿੱਚ ਇੱਕ ਸਾਧੂ ਰਹਿੰਦਾ ਸੀ। ਇਹ ਹਰ ਸਮੇਂ ਬੰਦਗੀ ਵਿੱਚ ਮਸਤ ਰਹਿੰਦਾ ਅਤੇ ਕਿਸੇ ਅੱਗੇ ਸਵਾਲ ਨਾ ਕਰਦਾ। ਸਹਿਜ ਸੁਭਾਏ ਜੋ ਕਰਤਾਰ ਭੇਜਦਾ ਉਸ ਵਿੱਚ ਹੀ ਗੁਜ਼ਾਰਾ ਕਰ ਲੈਂਦਾ। ਇੱਕ ਦਿਨ ਇਸ ਦੇ ਮਨ ਵਿੱਚ ਖੀਰ ਛਕਣ ਦਾ ਫੁਰਨਾ ਆ ਗਿਆ। ਆਪਣੇ ਆਸਣ ਤੋਂ ਉੱਠ ਬੈਠਾ ਤੇ ਬਾਬਾ ਸ਼ਾਮ ਸਿੰਘ ਜੀ ਦੀ ਧਰਮਸ਼ਾਲਾ ਦੇ ਬਾਜ਼ਾਰ ਵੱਲ ਤੁਰ ਪਿਆ। ਤੁਰਿਆ ਜਾਵੇ ਅਤੇ ਨਾਲ ਨਾਲ ਆਖੀ ਜਾਵੇ, ਤੈਨੂੰ ਖਵਾਉਂਦਾ ਹਾਂ, ਚੰਗਾ ਤੈਨੂੰ ਖਵਾਉਂਦਾ ਹਾਂ। ਇਸੇ ਰੰਗ ਵਿੱਚ ਬਾਜ਼ਾਰ ਵਿੱਚ ਇੱਕ ਹਲਵਾਈ ਦੀ ਦੁਕਾਨ ਤੇ ਜਾ ਪੁੱਜਾ। ਉਸ ਦੀ ਭਰੀ ਹੋਈ ਦੁੱਧ ਦੀ ਕੜਾਹੀ ਚੁੱਲ੍ਹੇ ਤੇ ਰੱਖੀ ਹੋਈ ਸੀ। ਸਾਧੂ ਨੇ ਹਲਵਾਈ ਨੂੰ ਆਖਿਆ, ਇਸ ਦੁੱਧ ਵਿੱਚ ਚਾਵਲ ਪਾ ਦਿਓ ਤੇ ਖੀਰ ਬਣਾ ਦਿਓ। ਹਲਵਾਈ ਨੇ ਆਪਣੇ ਧਨ ਭਾਗ ਸਮਝੇ ਅਤੇ ਖੀਰ ਤਿਆਰ ਕਰ ਲਈ। ਸਾਧੂ ਨੇ ਆਗਿਆ ਕੀਤੀ ਕਿ ਕੁੰਡਿਆਂ ਵਿੱਚ ਬਾਂਸ ਪਾ ਕੇ ਇਹਨੂੰ ਪਰਿਕਰਮਾ ਵਿੱਚ ਮੇਰੇ ਆਸਣ ਤੇ ਲੈ ਚੱਲੋ। ਜਦ ਕੜਾਹੀ ਉੱਥੇ ਪੁੱਜ ਗਈ ਅਤੇ ਕੁਝ ਚਿਰ ਮਗਰੋਂ ਖੀਰ ਠੰਡੀ ਹੋ ਗਈ, ਤਦ ਸਾਧੂ ਕੜਾਹੀ ਦੇ ਉੱਤੇ ਹੀ ਬੈਠ ਗਿਆ। ਕੁਝ ਚਿਰ ਖਾਈ ਗਿਆ
2-4 ਸੇਰ ਖਾਣ ਦੇ ਮਗਰੋਂ ਜਦ ਪੇਟ ਵਿੱਚ ਥਾਂ ਨਾ ਰਹੀ ਤੇ ਮਨ ਮੁੜ ਗਿਆ, ਤਦ ਲੱਗਾ ਆਪਣੇ ਆਪ ਨੂੰ ਚਪੇੜਾਂ ਮਾਰਨ ਅਤੇ ਕਹਿਣ ਲੱਗਾ, ਖਾ ਹੁਣ ਖਾਂਦਾ ਕਿਉਂ ਨਹੀਂ, ਖਾ ਹੁਣ ਖਾਂਦਾ ਕਿਉਂ ਨਹੀਂ, ਫਿਰ ਮੰਗੇਗਾ। ਹਜ਼ਾਰਾਂ ਯਾਤਰੂ ਇਹ ਖੇਲ ਦੇਖ ਇਕੱਠੇ ਹੋ ਗਏ। ਸਾਧੂ ਬਹੁਤ ਚਿਰ ਇਸ ਤਰ੍ਹਾਂ ਆਪਣੇ ਆਪ ਨੂੰ ਕੁੱਟੀ ਗਿਆ ਅਤੇ ਆਪਣੇ ਮਨ ਨੂੰ ਨਸੀਹਤ ਦਿੱਤੀ ਕਿ ਫਿਰ ਕਦੀ ਫੁਰਨਾ ਨਾ ਉਠਾਵੇ। ਜੋ ਕਰਤਾਰ ਭੇਜੇ ਸ਼ੁਕਰ ਕਰਕੇ ਛਕ ਲਵੇ। ਇਸ ਤਰ੍ਹਾਂ ਭਾਈ ਇਹ ਮਨ ਫਿਟਕਾਰੇ ਕੁੱਟੇ ਬਗੈਰ ਕਾਬੂ ਨਹੀਂ ਆਉਂਦਾ। ਇਸੇ ਪ੍ਰਥਾਏ ਸੰਤ ਜੀ ਮਹਾਰਾਜ ਦੇ ਵਲੀ ਰਾਮ ਦੀ ਸਾਖੀ ਸੁਣਾਈ। ਇਹ ਅਕਬਰ ਪਾਤਸ਼ਾਹ ਦੇ ਦਰਬਾਰ ਵਿੱਚ ਇੱਕ ਦਰਬਾਰੀ ਸੀ। ਬਹੁਤ ਚਿਰ ਪੂਰੀ ਵਫਾਦਾਰੀ, ਅਦਬ ਅਤੇ ਮਿਹਨਤ ਨਾਲ ਸੇਵਾ ਕਰਨ ਦੇ ਮਗਰੋਂ ਇੱਕ ਦਿਨ ਇਸ ਦੇ ਮਨ ਵਿੱਚ ਇਹ ਖਿਆਲ ਆਇਆ ਕਿ ਤੂੰ ਜੋ ਇੱਕ ਦੁਨੀਆ ਦੇ ਬਾਦਸ਼ਾਹ ਵਾਸਤੇ ਇੰਨਾ ਹੇਠਾਂ ਉਤਾਰ ਹੁੰਦਾ ਹੈ, ਜੇ ਕਦੀ ਰੱਬ ਦੇ ਪਾਸੇ ਇਸ ਤਰ੍ਹਾਂ ਲੱਗ ਜਾਵੇ ਤਾਂ ਪਤਾ ਨਹੀਂ ਤੈਨੂੰ ਕੀ ਕੁਝ ਮਿਲੇ। ਇਹ ਸੋਚ ਵਰਦੀ ਲਾ ਵਲੀ ਰਾਮ ਜਮਨਾ ਦੇ ਕਿਨਾਰੇ ਵੱਲ ਟੁਰ ਪਿਆ ਕਿ ਚਲੋ ਉੱਥੇ ਚੱਲ ਕੇ ਰੱਬ ਦੀ ਯਾਦ ਕਰੀਏ। ਰਸਤੇ ਵਿੱਚ ਇਹਨੂੰ ਖਿਆਲ ਆਇਆ ਕਿ ਗੁਰੂ ਬਿਨਾਂ ਗਤ ਨਹੀਂ, ਸ਼ਾਹ ਬਿਨਾਂ ਪਤ ਨਹੀਂ। ਇਹ ਸੰਕਲਪ ਅਜੇ ਚਿੱਤ ਵਿੱਚ ਫੁਰਿਆ ਹੀ ਸੀ ਕਿ ਸਾਹਮਣੇ ਇੱਕ ਮਲੰਗ ਨਜ਼ਰ ਆਇਆ। ਉਹਦੇ ਕੋਲ ਪੁੱਜਾ ਤੇ ਬੜੀ ਸ਼ਰਧਾ ਨਾਲ ਮੱਥਾ ਟੇਕ ਅਰਜ਼ ਕੀਤੀ, ਫਕੀਰ ਸਾਈਂ, ਮੈਨੂੰ ਗੁਰੂ ਉਪਦੇਸ਼ ਦਿਓ। ਮਲੰਗ ਨੇ ਆਖਿਆ, ਜਾ ਜਾ ਚਲਾ ਜਾ, ਉਪਦੇਸ਼ ਲੈਣ ਆਇਆ ਹੈ, ਕੱਲ ਤੈਨੂੰ ਫਿਰ ਪਾਤਸ਼ਾਹ ਦੇ ਜੂਠੇ ਟੁਕੜੇ ਯਾਦ ਆ ਜਾਣਗੇ ਤੇ ਉਧਰ ਭੱਜ ਜਾਵੇਂਗਾ। ਵਲੀ ਨੇ ਫਿਰ ਬੇਨਤੀ ਕੀਤੀ, ਪਰ 2 ਵਾਰੀ ਫਿਰ ਇਹੋ ਜਵਾਬ ਮਿਲਿਆ। ਜਦ 3 ਵਾਰੀ ਝਾੜ ਖਾ ਹੱਥ ਜੋੜ ਬੈਠਾ ਰਿਹਾ, ਤਦ ਮਲੰਗ ਨੇ ਸਮਝ ਲਿਆ ਕਿ ਇਹਨੂੰ ਸੱਚਮੁੱਚ ਹੀ ਇਸ ਪਾਸੇ ਦੀ ਲਗਨ ਹੈ। ਦਿਆਲੂ ਹੋ ਕੇ ਆਖਿਆ, ਜਾ ਗੁਰਮੰਤਰ ਇਹੋ ਹੀ ਹੈ, ਜੋ ਮਨ ਕਹੇ ਉਸ ਤੋਂ ਪੁੱਠਾ ਚੱਲੋ, ਇਸ ਦੇ ਪਿੱਛੇ ਨਾ ਲੱਗੋ। ਸਿੱਖਿਆ ਲੈ, ਮੱਥਾ ਟੇਕ। ਵਲੀ ਇੱਕ ਇਕਾਂਤ ਥਾਂ ਜਮਨਾ ਕਿਨਾਰੇ ਜਾ ਬੈਠਾ, ਲੱਗਾ ਰੱਬ ਨੂੰ ਯਾਦ ਕਰਨ। ਜਦ ਕਦੀ ਘਰੇ ਜਾਣ ਦਾ ਜਾਂ ਬਾਦਸ਼ਾਹ ਦੀ ਕਚਹਿਰੀ ਪੁੱਜਣ ਦਾ ਫੁਰਨਾ ਆਵੇ, ਚੁਫਾਲ ਲੰਮਾ ਪੈ ਜਾਵੇ, ਮਨ ਨੂੰ ਆਖੇ, ਤੂੰ ਭੱਜਾ, ਫਿਰ ਮੈਂ ਨਹੀਂ ਜਾਂਦਾ। ਇਸ ਤਰ੍ਹਾਂ ਸਿਮਰਨ ਕਰਦਿਆਂ ਤੇ ਮਨ ਤੋਂ ਪੁੱਠਾ ਚੱਲਦਿਆਂ ਵਲੀ ਰਾਮ ਇੱਕ ਫਕੀਰੀ ਵਾਲੀ ਆਕਰਸ਼ਣ ਸ਼ਕਤੀ ਜਾਗ ਪਈ। ਦੁਨੀਆ ਇਹਦੇ ਪਾਸ ਆਉਣ ਲੱਗ ਪਈ ਅਤੇ ਸਾਰੇ ਦਿੱਲੀ ਸ਼ਹਿਰ ਵਿੱਚ ਇਸ ਦੀ ਸ਼ੋਹਰਤ ਫੈਲ ਗਈ। ਇੱਕ ਦਿਨ ਅਕਬਰ ਪਾਤਸ਼ਾਹ ਨੂੰ ਸਹਿਜ ਸੁਭਾਅ ਯਾਦ ਆਇਆ। ਪੁੱਛਿਆ, ਸੋ ਭਾਈ ਵਲੀ ਰਾਮ ਕਿੱਥੇ ਹੈ? ਕਿੰਨਾ ਚਿਰ ਹੋ ਗਿਆ, ਉਸਨੂੰ ਕਦੀ ਦਰਬਾਰ ਵਿੱਚ ਨਹੀਂ ਦੇਖਿਆ। ਦਰਬਾਰੀਆ ਨੇ ਆਖਿਆ, ਬਾਦਸ਼ਾਹ ਸਲਾਮਤ, ਉਹ ਤਾਂ ਫਕੀਰ ਹੋ ਗਿਆ ਹੈ ਤੇ ਦੁਨੀਆ ਉਸ ਨੂੰ ਪੂਜਣ ਲੱਗ ਪਈ ਹੈ। ਬਾਦਸ਼ਾਹ ਸਤ ਸੰਗਤ ਦਾ ਆਸ਼ਕ ਸੀ। ਆਖਣ ਲੱਗਾ, ਚਲੋ ਭਾਈ ਵਲੀ ਰਾਮ ਦਾ ਦਰਸ਼ਨ ਕਰ ਆਈਏ। ਉਸ ਵੇਲੇ ਅਕਬਰ ਬਾਦਸ਼ਾਹ ਅੱਗੇ ਅੱਗੇ ਤੇ ਪਿੱਛੇ ਪਿੱਛੇ ਸਾਰੇ ਦਰਬਾਰੀ ਜਮਨਾ ਵੱਲ ਤੁਰ ਪਏ। ਬਾਦਸ਼ਾਹ ਨੂੰ ਇਸ ਤਰ੍ਹਾਂ ਜਾਂਦਿਆਂ ਦੇਖ ਸ਼ਹਿਰ ਦੇ ਹੋਰ ਪ੍ਰੇਮੀ ਵੀ ਨਾਲ ਰਲ ਗਏ। ਹਜ਼ਾਰਾਂ ਦੀ ਗਿਣਤੀ ਹੋ ਗਈ। ਜਦ ਵਲੀ ਰਾਮ ਦੇ ਨੇੜੇ ਪੁੱਜੇ ਤਾਂ ਇਸਨੇ ਬਾਦਸ਼ਾਹ ਨੂੰ ਪਛਾਣ ਲਿਆ। ਚਿੱਤ ਵਿੱਚ ਖਿਆਲ ਆਇਆ ਕਿ ਖੜੇ ਹੋ ਕੇ ਅਦਬ ਕਰੀਏ। ਉਸੇ ਵੇਲੇ ਮਲੰਗ ਦਾ ਗੁਰਮੰਤਰ ਯਾਦ ਆ ਗਿਆ, ਫੌਰਨ ਧਰਤੀ ਤੇ ਲੰਮਾ ਪੈ ਗਿਆ। ਜਦ ਅਕਬਰ ਕੋਲ ਆਇਆ ਤਾਂ ਇਸ ਨੇ ਹੱਸ ਕੇ ਪੁੱਛਿਆ, ਵਲੀ, ਕਬ ਕੇ ਪਾਉ ਪਸਾਰੇ? ਵਲੀ ਨੇ ਉੱਤਰ ਦਿੱਤਾ, ਜਬ ਕੇ ਹਾਥ ਸੰਕੋਚੇ। ਬਾਲੇਵਾਲ ਨਾਲ ਦੇ ਪਿੰਡਾਂ ਵਿੱਚ ਜਿਸ ਪ੍ਰੇਮੀ ਦੇ ਘਰ ਵਿਵਾਹ ਹੁੰਦਾ, ਉਹ ਕੁਝ ਵੇਸਣ ਦੀਆਂ ਮੋਟੀਆਂ ਸੇਵੀਆਂ ਸੰਤ ਜੀ ਮਹਾਰਾਜ ਦੀ ਭੇਟਾ ਕਰਦਾ। ਇੱਕ ਦਿਨ ਦੀਵਾਨ ਦੇ ਮਗਰੋਂ ਸੰਤ ਜੀ ਮਹਾਰਾਜ ਕੋਠੀ ਦੇ ਵਿਹੜੇ ਵਿੱਚ ਪਲੰਘ ਤੇ ਸਜੇ ਹੋਏ ਧੁੱਪ ਸੇਕ ਰਹੇ ਸਨ। ਆਪਣੇ ਗੜਵਈ ਭਾਈ ਰਾਮ ਸਿੰਘ ਨੂੰ ਫਰਮਾਇਆ, ਭਾਈ ਰਾਮ ਸਿੰਘ, ਵੇਸਣੀ ਸੇਵੀਆਂ ਲਿਆਓ। ਭਾਈ ਰਾਮ ਸਿੰਘ ਜੀ ਵੇਸਣੀ ਸੇਵੀਆਂ ਦਾ ਥਾਲ ਭਰ ਕੇ ਲੈ ਆਏ। ਪਹਿਲਾਂ ਸੰਤ ਜੀ ਨੂੰ ਦਿੱਤੀਆਂ ਤੇ ਫਿਰ ਸਾਰੀ ਸੰਗਤ ਵਿੱਚ ਵਰਤਾਈਆਂ। ਸੰਤ ਜੀ ਮਹਾਰਾਜ ਤੇ ਸਾਰੀ ਸੰਗਤ ਬੜੇ ਪ੍ਰੇਮ ਨਾਲ ਛਕਣ ਲੱਗ ਪਈ। ਛਕਦਿਆਂ ਛਕਦਿਆਂ ਸੰਤ ਜੀ ਮਹਾਰਾਜ ਨੇ ਆਖਿਆ, ਭਾਈ ਤੇਜਾ ਸਿੰਘ, ਇਹ ਹੈ ਮਹਾਂਪ੍ਰਸ਼ਾਦ। 10 ਨੋਹਾਂ ਦੀ ਕਿਰਤ ਕਰਕੇ ਤੇ ਲਹੂ ਪਾਣੀ ਇੱਕ ਕਰਕੇ ਪ੍ਰੇਮੀਆਂ ਨੇ ਕਮਾਈ ਕੀਤੀ ਹੈ ਤੇ ਪੂਰੀ ਸ਼ਰਧਾ ਅਤੇ ਪ੍ਰੇਮ ਨਾਲ ਪ੍ਰੇਮੀਆਂ ਨੇ ਸਾਧ ਸੰਗਤ ਦੀ ਭੇਟਾ ਕੀਤੀ ਹੈ। ਇੱਕ ਦਿਨ ਕੁਦਰਤੀ ਇੱਕ ਅਖਬਾਰ ਆ ਗਿਆ ਤੇ ਸੰਤ ਜੀ ਮਹਾਰਾਜ ਨੂੰ ਪੜ੍ਹ ਕੇ ਸੁਣਾਇਆ ਗਿਆ। ਇਸ ਵਿੱਚ ਹਿੰਦੁਸਤਾਨ ਦੇ ਸਵਰਾਜ ਦਾ ਜ਼ਿਕਰ ਸੀ। ਜਦ ਮਜ਼ਮੂਨ ਪੂਰਾ ਹੋ ਗਿਆ ਤਾਂ ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ, ਇਹ ਕਾਹਦਾ ਸਵਰਾਜ ਹੈ? ਜੇ ਹਿੰਦੁਸਤਾਨੀ ਪ੍ਰੇਮੀ ਵੱਡੀਆਂ ਵੱਡੀਆਂ ਤਨਖਾਹਾਂ ਲੈ ਕੇ ਕੁਰਸੀਆਂ ਤੇ ਬਹਿ ਜਾਣ, ਇੱਕ ਪਾਸੇ ਐਸ਼ ਦੀ ਜ਼ਿੰਦਗੀ ਗੁਜ਼ਾਰਨ ਤੇ ਦੂਜੇ ਪਾਸੇ ਵਿਚਾਰੇ ਜ਼ਿਮੀਂਦਾਰ ਭੁੱਖੇ ਹੀ ਰਹਿਣ। ਜਦ ਤਿਕਰ ਗਰੀਬ ਜੱਟਾਂ ਦਾ ਹਾਲਾ ਮਾਫ ਨਹੀਂ ਹੁੰਦਾ, ਤਦ ਤਿਕਰ ਕੋਈ ਸਵਰਾਜ ਨਹੀਂ। ਹਾਂ, ਸਾਰਿਆਂ ਕੋਲੋਂ ਸਕੂਲਾਂ, ਸੜਕਾਂ ਤੇ ਹੋਰ ਰਿਆਇਆਂ ਦੇ ਭਲੇ ਵਾਸਤੇ ਟੈਕਸ ਲਿਆ ਜਾਵੇ ਤੇ ਇਹਦੇ ਲਈ ਸਾਰਿਆਂ ਵਾਸਤੇ ਆਮਦਨੀ ਦੀ ਹੱਦ ਮੁਕਰਰ ਕੀਤੀ ਜਾਏ। ਨਾਲ ਹੀ ਅਫਸਰਾਂ ਦੀ ਜ਼ਿੰਦਗੀ ਸਾਦੀ ਹੋਵੇ ਤੇ ਤਨਖਾਹ ਘੱਟ। ਇਸ ਤਰ੍ਹਾਂ ਦੁਨੀਆ ਸੁਖੀ ਹੋ ਸਕਦੀ ਹੈ।
ਪਿਛਲੇ ਰਾਜੇ ਅਹਿਲਕਾਰ ਸਧਾਰਨ ਬਿਰਤੀ ਰੱਖਦੇ, ਇਹ ਆਪਣੇ ਭਰਾਵਾਂ ਨਾਲ ਰਚ ਮਿਚ ਜਾਂਦੇ ਅਤੇ ਹਰ ਮਾਮਲੇ ਵਿੱਚ ਰਿਆਇਆ ਦੇ ਦੁੱਖ ਸੁੱਖ ਦਾ ਪੂਰਾ ਭੇਦ ਲੈ ਆਉਂਦੇ। ਇਸ ਤਰ੍ਹਾਂ ਪ੍ਰਬੰਧ ਵੀ ਚੰਗਾ ਚੱਲਦਾ, ਇਨਸਾਫ ਵੀ ਸੋਹਣਾ ਹੁੰਦਾ ਤੇ ਪ੍ਰਜਾ ਵੀ ਸੁਖੀ ਰਹਿੰਦੀ। ਹੁਣ ਤਾਂ ਕਚਹਿਰੀ ਤੋਂ ਬਾਹਰ ਆਪਣੀ ਅਮੀਰੀ ਤੇ ਸ਼ੁਕਾ ਸ਼ਾਕੀ ਵਿੱਚ ਫਸੇ ਹੋਏ ਅਹਿਲਕਾਰ ਕਿਸੇ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕਰਦੇ, ਬਸ ਗੱਲ ਗਵਾਹੀਆਂ ਤੇ ਹੀ ਨਿਬੜਦੀ ਹੈ। ਇਸ ਤਰ੍ਹਾਂ ਬਹੁਤ ਵਾਰੀ ਸੱਚਾ ਝੂਠਾ ਤੇ ਝੂਠਾ ਸੱਚਾ ਬਣ ਜਾਂਦਾ ਹੈ। ਇੱਕ ਦਿਨ ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ, ਫਕੀਰੀ ਨਿਭਾਉਣੀ ਬੜੀ ਮੁਸ਼ਕਲ ਹੈ। ਫਕੀਰੀ ਕਦੀ ਵੀ ਕਿਸੇ ਇੱਕ ਦੇ ਘਰ ਅੰਨ ਬਸਤਰ ਗ੍ਰਹਿਣ ਨਾ ਕਰੇ। ਫਕੀਰ ਕਦੀ ਵੀ ਕਿਸੇ ਇੱਕ ਦੇ ਘਰ ਅੰਨ ਬਸਤਰ ਗ੍ਰਹਿਣ ਨਾ ਕਰੇ। ਇਸ ਤਰ੍ਹਾਂ ਕਰਨ ਨਾਲ ਫਕੀਰ ਵਿੱਚ ਸੇਵਾ ਕਰਨ ਵਾਲੇ ਨਾਲ ਮੋਹ ਜਾਗ ਪੈਂਦਾ ਹੈ ਅਤੇ ਉਸ ਦੀ ਬਿਰਤੀ ਵਿੱਚ ਪਕੜ ਜਾਗ ਪੈਂਦੀ ਹੈ। ਇਸ ਦੇ ਪਰਥਾਏ ਸੰਤ ਜੀ ਮਹਾਰਾਜ ਨੇ ਇਹ ਸਾਖੀ ਸੁਣਾਈ। ਇੱਕ ਦਿਨ ਇੱਕ ਫਕੀਰ ਨੇ ਇੱਕ ਨਗਰ ਵਿੱਚ ਸਦਾ ਕੀਤੀ ਕਿ ਕੋਈ ਕਬਰ ਵਿੱਚ ਪਾ ਲਵੇ। ਇੱਕ ਰਮਜੀ ਘਰ ਬਾਰੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਤੇ ਆਖਿਆ, ਮਹਾਰਾਜ ਜੀ, ਸਦਕੇ ਹਾਂ, ਆ ਜਾਓ। ਉਸੇ ਵੇਲੇ ਇੱਕ ਚੁਬਾਰੇ ਇਕਾਂਤ ਆਸਨ ਕਰਾ ਦਿੱਤਾ ਅਤੇ ਬੜੀ ਰੀਝ ਨਾਲ ਸੇਵਾ ਕੀਤੀ। ਕੁਝ ਚਿਰ ਮਗਰੋਂ ਪ੍ਰੇਮੀ ਦੀਆਂ ਮਹੀਆਂ ਚੋਰ ਲੈ ਗਏ। ਖਬਰ ਸੁਣਦੇ ਸਾਰ ਹੀ ਫਕੀਰ ਨੂੰ ਫਿਕਰ ਹੋ ਗਿਆ ਤੇ ਦੂਜੀ ਸਵੇਰ ਇੱਕ ਕੱਚੇ ਜੋਹੜ ਤੇ, ਜਿਹੜਾ ਜੰਗਲ ਵਿੱਚ 5 ਮੀਲ ਦੇ ਫਾਸਲੇ ਤੇ ਸੀ, ਇਸ਼ਨਾਨ ਕਰਨ ਗਿਆ ਅਤੇ ਲੱਗਾ ਖੋਜ ਕਰਨ। ਕੁਦਰਤੀ ਮਈਆਂ ਮਿਲ ਗਈਆਂ। ਇਸ਼ਨਾਨ ਕਰਕੇ ਆਪਣੀ ਕੰਪੀਨ ਲੰਗੋਟੀ ਦਰਖਤ ਉੱਤੇ ਮਈਆਂ ਦੇ ਕੋਲ ਸੁੱਕਣੀ ਪਾ ਆਇਆ ਅਤੇ ਗ੍ਰਸਤੀ ਦੇ ਲੜਕੇ ਨੂੰ ਆਖਿਆ, ਜਾ ਮੇਰੀ ਲੰਗੋਟੀ ਲੈ ਆ, ਮੈਂ ਭੁੱਲ ਆਇਆ ਹਾਂ। ਮੁੰਡਾ ਗਿਆ ਤੇ ਉਸਨੂੰ ਮਈਆਂ ਲੱਭ ਪਈਆਂ। ਉਹ ਇਹਨਾਂ ਨੂੰ ਘਰ ਲੈ ਆਇਆ। ਪਿਤਾ ਦੇ ਪੁੱਛਣ ਤੇ ਉਸਨੇ ਸਾਰਾ ਹਾਲ ਖੋਲ ਕੇ ਸੁਣਾਇਆ। ਉਸੇ ਵੇਲੇ ਰਮਜੀ ਘਰ ਬਾਰੀ ਨੇ ਡਾਂਗ ਫੜ ਲਈ ਅਤੇ ਫਕੀਰ ਸਾਈਂ ਨੂੰ ਆਖਿਆ ਕਿ ਹੁਣ ਤੁਸੀਂ ਕਬਰ ਦੇ ਲਾਇਕ ਨਹੀਂ ਰਹੇ ਤੇ ਆਪਣਾ ਡੇਰਾ ਕੂਚ ਕਰ ਲਵੋ। ਫਕੀਰੀ ਨਿਭਾਉਣ ਦੇ ਪਰਥਾਏ ਇੱਕ ਹੋਰ ਸਾਖੀ ਸੰਤ ਜੀ ਮਹਾਰਾਜ ਨੇ ਸੁਣਾਈ। ਇੱਕ ਫਕੀਰ ਹਰ ਰੋਜ਼ ਵੇਸਵਾ ਦੇ ਮਕਾਨ ਪਾਸੋਂ ਲੰਘਦਾ। ਇਹ ਪ੍ਰੇਮਨ ਹਰ ਰੋਜ਼ ਟੋਕਦੀ, ਫਕੀਰ ਸਾਈਂ, ਤੁਹਾਡੀ ਦਾੜੀ ਚੰਗੀ ਕਿ ਮੇਰੇ ਕੁੱਤੇ ਦੀ ਪੂਛ। ਇਸ ਤਰ੍ਹਾਂ ਸਾਲ ਕੁ ਬੀਤ ਗਿਆ। ਵੇਸਵਾ ਨਿੱਤ ਇਹ ਪ੍ਰਸ਼ਨ ਕਰੇ ਅਤੇ ਫਕੀਰ ਚੁਪੀਤਾ ਲੰਘ ਜਾਵੇ। ਹੁਣ ਫਕੀਰ ਦਾ ਅੰਤ ਸਮਾਂ ਆ ਗਿਆ। ਆਪਣੇ ਮੁਰੀਦਾਂ ਨੂੰ ਹੁਕਮ ਦਿੱਤਾ ਕਿ ਜਾਓ, ਉਸ ਵੇਸਵਾ ਨੂੰ ਸੱਦ ਲਿਆਓ। ਮੂਰਖ ਤਾਂ ਭੁਲੇਖੇ ਵਿੱਚ ਪੈ ਗਏ, ਪਰ 2 ਰਮਜੀ ਚੇਲੇ ਦੌੜੇ ਗਏ ਅਤੇ ਵੇਸਵਾ ਨੂੰ ਸੱਦ ਲਿਆਂਦਾ। ਜਦ ਪ੍ਰੇਮਨ ਸਾਈਂ ਜੀ ਪਾਸ ਪਹੁੰਚ ਗਈ ਤਦ ਫਕੀਰ ਨੇ ਆਪਣੀ ਦਾੜੀ ਤੇ ਹੱਥ ਫੇਰ ਕੇ ਆਖਿਆ, ਬੱਚੀ, ਅੱਜ ਮੇਰੀ ਦਾੜੀ ਤੇਰੇ ਕੁੱਤੇ ਦੀ ਪੂਛ ਨਾਲੋਂ ਚੰਗੀ ਹੈ। ਮੇਰੀ ਹੁਣ ਨਿਭ ਗਈ ਹੈ। ਇਹ ਸੁਣ ਵੇਸਵਾ ਘਗਿਆ ਕੇ ਪੈਰਾਂ ਤੇ ਡਿੱਗ ਪਈ ਅਤੇ ਆਪਣੇ ਪਾਪਾਂ ਤੋਂ ਪਛਤਾ ਕੇ ਸੱਚੀ ਮੁਰੀਦ ਬਣ ਗਈ। ਸੰਤ ਜੀ ਮਹਾਰਾਜ ਨੂੰ ਜਦ ਬਾਲੇਵਾਲ ਰਹਿੰਦਿਆਂ ਮਹੀਨੇ ਤੋਂ ਕੁਝ ਵੱਧ ਸਮਾਂ ਹੋ ਗਿਆ ਤਾਂ ਇੱਕ ਦਿਨ ਰੋਹਤਕ ਹਿਸਾਰ ਦਾ ਇੱਕ ਵਕੀਲ ਇਹਨਾਂ ਦੇ ਪਾਸ ਇੱਥੇ ਆਇਆ। ਇਸ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਜੀ, ਸਾਧ ਸੰਗਤ ਨੇ ਦਾਸ ਨੂੰ ਆਪ ਜੀ ਦੇ ਲੈਣ ਲਈ ਭੇਜਿਆ ਹੈ। ਸੰਗਤ ਬੜੀ ਖਿੱਚ ਕਰ ਰਹੀ ਹੈ, ਚੱਲ ਕੇ ਦਰਸ਼ਨ ਦਿਓ। ਸੰਤ ਜੀ ਮਹਾਰਾਜ ਨੇ ਇਸ ਦੀ ਬੇਨਤੀ ਪ੍ਰਵਾਨ ਨਾ ਕੀਤੀ। ਫਿਰ ਇਸ ਨੇ ਆਖਿਆ, ਮਹਾਰਾਜ ਜੀ, ਜੇ ਆਪ ਨਹੀਂ ਜਾ ਸਕਦੇ ਤਾਂ ਸੰਤ ਤੇਜਾ ਸਿੰਘ ਨੂੰ ਮੇਰੇ ਨਾਲ ਭੇਜ ਦਿਓ। ਇਹ ਆਪ ਦੇ ਸਤਸੰਗੀ ਹਨ, ਬੜੇ ਪੜ੍ਹੇ ਹੋਏ ਹਨ। ਸੰਤ ਜੀ ਮਹਾਰਾਜ ਨੇ ਹੱਸ ਕੇ ਆਖਿਆ, ਭਾਈ, ਅਜੇ ਤਾਂ ਮੁੰਡਾ ਪੜ੍ਹਨੇ ਹੀ ਪਾਇਆ ਹੈ, ਇਹਨੂੰ ਵੀ ਨਹੀਂ ਭੇਜ ਸਕਦੇ। ਪ੍ਰੇਮੀ ਪ੍ਰਸ਼ਾਦ ਛਕ ਗੱਡੀ ਚੜ੍ਹ ਵਾਪਸ ਚਲਾ ਗਿਆ। ਇਹਨਾਂ ਦਿਨਾਂ ਵਿੱਚ ਬਾਲੇਵਾਲ ਕੁਝ ਬਾਜੀਗਰ ਆ ਨਿਕਲੇ ਅਤੇ ਸੰਤ ਜੀ ਮਹਾਰਾਜ ਦੇ ਅੱਗੇ ਆਪਣੀਆਂ ਖੇਲਾਂ ਦਿਖਾਉਣ ਦੀ ਬੇਨਤੀ ਕੀਤੀ। ਬੇਨਤੀ ਮਨਜ਼ੂਰ ਹੋ ਗਈ। ਸ਼ਾਮ ਦੀ ਕਥਾ ਦੇ ਮਗਰੋਂ 5 ਵਜੇ ਦਾ ਵਕਤ ਇਹਨਾਂ ਨੂੰ ਦਿੱਤਾ ਗਿਆ। ਬਾਲੇਵਾਲ ਅਤੇ ਹੋਰ ਨਗਰਾਂ ਦੇ ਲੋਕ ਸਮੇਂ ਤੋਂ ਪਹਿਲਾਂ ਹੀ ਪੁੱਜ ਗਏ। ਬਾਜੀਗਰ ਨੇ ਆਪਣਾ ਅਖਾੜਾ ਤਿਆਰ ਕਰ ਲਿਆ। ਕਥਾ ਦੇ ਮਗਰੋਂ ਸੰਤ ਜੀ ਮਹਾਰਾਜ ਦਾ ਪਲੰਗ ਅਖਾੜੇ ਦੇ ਕੋਲ ਡਾਹਿਆ ਗਿਆ। ਬਾਜੀਗਰ ਨੇ ਆਪਣੀਆਂ ਖੇਡਾਂ ਬੜੇ ਪ੍ਰੇਮ ਅਤੇ ਉਤਸ਼ਾਹ ਨਾਲ ਵਿਖਾਈਆਂ। ਸੰਤ ਜੀ ਮਹਾਰਾਜ ਨੇ 11 ਦਮੜੇ ਅਤੇ ਦਸਤਾਰ ਜਥੇਦਾਰ ਨੂੰ ਸਰੋਪਾ ਵਜੋਂ ਬਖਸ਼ਿਆ ਅਤੇ ਨਗਰਾਂ ਦੇ ਪ੍ਰੇਮੀਆਂ ਨੇ ਵੀ ਇਹਨਾਂ ਦੀ ਸੇਵਾ ਕੀਤੀ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਰਪੁਰਬ ਨੇੜੇ ਆ ਗਿਆ। 15 ਕੁ ਸਾਲ ਤੋਂ ਸੰਗਰੂਰ ਦੀਆਂ ਰਾਣੀਆਂ ਅਖੰਡ ਪਾਠ ਕਰਾਉਂਦੀਆਂ ਅਤੇ ਬੜੇ ਉਤਸ਼ਾਹ ਨਾਲ ਗੁਰਪੁਰਬ ਵਾਲੇ ਦਿਨ ਭੋਗ ਪਵਾ ਕੇ ਜੱਗ ਕਰਦੀਆਂ। ਇਹਨਾਂ ਨੇ ਸੰਤ ਜੀ ਮਹਾਰਾਜ ਅੱਗੇ ਆਪਣੇ ਆਦਮੀ ਭੇਜ ਕੇ ਹਮੇਸ਼ਾ ਵਾਂਗ ਦਰਸ਼ਨ ਦੇ ਕੇ ਨਿਹਾਲ ਕਰਨ ਲਈ ਬੇਨਤੀ ਕਰ ਭੇਜੀ। ਪਹਿਲੀ ਵਾਰੀ ਸੰਤ ਜੀ ਮਹਾਰਾਜ ਨੇ ਨਾ ਕਰ ਦਿੱਤੀ, ਪਰ
ਜਦ ਦੂਜੀ ਵਾਰ ਪ੍ਰੇਮੀ ਰਾਣੀਆਂ ਵੱਲੋਂ ਇਹ ਬੇਨਤੀ ਪੱਤਰ ਲੈ ਕੇ ਆਇਆ ਕਿ ਮਹਾਰਾਜ ਜੀ, ਜਦ ਦੇ ਇਹ ਅਖੰਡ ਪਾਠ ਆਰੰਭ ਹੋਏ ਹਨ, ਹਜ਼ੂਰ ਦਰਸ਼ਨ ਦੇ ਕੇ ਨਿਹਾਲ ਕਰਦੇ ਰਹੇ ਹੋ। ਸਾਡਾ ਪ੍ਰਣ ਹੈ ਕਿ ਅਸਾਂ ਆਪ ਪਾਸੋਂ ਹੀ ਇਹ ਅਖੰਡ ਪਾਠ ਕਰਵਾਉਣਾ ਹੈ। ਤੁਸੀਂ ਦਰਸ਼ਨ ਦੇ ਕੇ ਕਿਰਤਾਰਥ ਕਰੋ ਅਤੇ ਸਾਡੀ ਕਈ ਸਾਲਾਂ ਦੀ ਘਾਲ ਨੂੰ ਥਾਏ ਪਾਓ। ਇਹ ਤੀਬਰ ਪ੍ਰੇਮ ਦੇਖ ਕੇ ਸੰਤ ਜੀ ਮਹਾਰਾਜ ਨੇ ਬੇਨਤੀ ਮਨਜ਼ੂਰ ਕਰ ਲਈ ਅਤੇ ਸੰਗਰੂਰ ਪੁੱਜਣ ਦੀ ਤਾਰੀਖ ਦੇ ਦਿੱਤੀ। ਨਿਯਤ ਦਿਨ ਰਿਆਸਤ ਦੀ ਮੋਟਰ ਆ ਗਈ ਅਤੇ ਸੰਤ ਜੀ ਮਹਾਰਾਜ ਜਥੇ ਸਮੇਤ ਸੰਗਰੂਰ ਪੁੱਜ ਗਏ। ਹਰ ਸਾਲ ਵਾਂਗਣ ਰਾਜੇ ਦੇ ਨਵੇਂ ਦਰਬਾਰ ਅਸਥਾਨ ਦੇ ਨਾਲ ਮਹਿਲਾਂ ਵਿੱਚ ਡੇਰਾ ਕੀਤਾ। ਨਿੱਤ ਇੱਥੇ ਸਵੇਰੇ ਸ਼ਾਮ ਦੀਵਾਨ ਲੱਗਣ ਲੱਗ ਪਏ। ਸ਼ਹਿਰ ਦੀ ਸੰਗਤ ਨੂੰ ਸਦਾ ਵਾਂਗ ਇਹਨਾਂ ਦੀਵਾਨਾਂ ਵਿੱਚ ਆਉਣ ਦੀ ਖੁੱਲ੍ਹ ਸੀ। ਸਾਹਮਣੇ ਸੱਜੇ ਖੱਬੇ ਮਾਈ ਭਾਈ ਦੀਵਾਨ ਵਿੱਚ ਸੱਜ ਜਾਂਦੇ। ਸੰਤ ਜੀ ਪਿਛਲੇ ਪਾਸੇ ਚੀਕਾਂ ਦੇ ਪਰਦੇ ਕੋਲ ਸੱਜ ਜਾਂਦੇ। ਰਾਣੀਆਂ ਪਿੱਛੇ ਬੈਠ ਕੀਰਤਨ ਦਾ ਰੰਗ ਮਾਣਦੀਆਂ। ਗੁਰੂ ਨਾਨਕ ਸਾਹਿਬ ਦੇ ਜਨਮ ਦਿਨ ਤੋਂ 2 ਦਿਨ ਪਹਿਲਾਂ ਅਖੰਡ ਪਾਠ ਦਾ ਭੋਗ ਰੱਖਿਆ ਗਿਆ। ਜਨਮ ਦਿਨ ਵਾਲੇ ਦਿਨ ਪਾਠ ਦੀ ਸਮਾਪਤੀ ਹੋਈ। ਰਾਜ ਮਾਤਾ ਅਤੇ ਰਾਣੀ ਢਿਲਵਾਂ ਨੇ ਜਥਾ ਸ਼ਕਤ ਬਰਤਨ ਬਸਤਰ ਪਲੰਗ ਆਦਿ ਮਾਇਆ ਅਰਦਾਸ ਕਰਾਈ। ਇਹ ਅਕਾਲ ਕਾਲਜ ਗੁਰਸਾਗਰ ਸਾਹਿਬ ਦੇ ਪ੍ਰਬੰਧਕਾਂ ਦੇ ਹਵਾਲੇ ਕੀਤੀ ਗਈ। ਇਸ ਦਿਨ ਹੀ ਭੋਗ ਦੇ ਮਗਰੋਂ ਸੰਤ ਜੀ ਮਹਾਰਾਜਾ ਮਹਿੰਦਰ ਪ੍ਰਤਾਪ ਵਾਲੀਏ ਹਾਥਰਸ ਦੇ ਲੜਕੇ ਅਤੇ ਲੜਕੀ ਨੂੰ ਰਾਜ ਮਾਤਾ ਦੀ ਬੇਨਤੀ ਕਰਨ ਪਰ ਆਪਣੇ ਹੱਥੀਂ ਅੰਮ੍ਰਿਤ ਛਕਾਇਆ। ਦੁਪਹਿਰ ਦੇ ਵੇਲੇ ਸਦਾ ਵਾਂਗਣ ਜਗ ਹੋਇਆ। ਪ੍ਰਸ਼ਾਦ ਛਕ ਸੰਤ ਜੀ ਮਹਾਰਾਜ ਨੇ ਕੁਝ ਚਿਰ ਆਰਾਮ ਕੀਤਾ ਅਤੇ ਫਿਰ ਸ਼ਾਮ ਵੇਲੇ ਸਰਦਾਰ ਸਿੰਘ ਦੀ ਕੋਠੀ ਰਾਮਨਗਰ ਸੀਵੀਆਂ ਜਾ ਡੇਰਾ ਕੀਤਾ। ਇੱਥੇ ਪਹੁੰਚਦਿਆਂ ਹੀ ਸੰਤ ਜੀ ਮਹਾਰਾਜ ਨੇ ਹੁਕਮ ਕੀਤਾ ਕਿ ਭਾਈ, ਅਸਾਂ ਕਿਸੇ ਦਾ ਨਿਉਂਦਾ ਮਨਜ਼ੂਰ ਨਹੀਂ ਕਰਨਾ। ਦੋਵੇਂ ਵੇਲੇ ਸੰਗਤ ਦੇ ਸਰੀਰ ਨਗਰ ਵਿੱਚ ਮਦੂਕੜੀ ਲਿਆਇਆ ਕਰਨਗੇ, ਅਸੀਂ ਇਹੋ ਛਕਿਆ ਕਰਾਂਗੇ। ਇਸੇ ਤਰ੍ਹਾਂ ਪੂਰੇ ਫਕੀਰੀ ਦੇ ਰੰਗ ਵਿੱਚ 3-4 ਹਫ਼ਤੇ ਬੀਤੇ। ਸਵੇਰ ਸ਼ਾਮ ਕੋਠੀ ਵਿੱਚ ਹੀ ਦੀਵਾਨ ਸਜਦਾ ਤੇ ਸ਼ਾਮ ਦੇ ਕੀਰਤਨ ਤੋਂ ਪਹਿਲਾਂ ਹਰ ਰੋਜ਼ ਯੋਗ ਵਸ਼ਿਸ਼ਟ ਦੀ ਕਥਾ, ਜਿਹੜੀ ਬਾਲੇਵਾਲ ਸ਼ੁਰੂ ਹੋਈ ਸੀ, ਦਾਸ ਪਾਠ ਕਰਦਾ ਅਤੇ ਸੰਤ ਜੀ ਮਹਾਰਾਜ ਜਿੱਥੇ ਜਿੱਥੇ ਨੁਕਤੇ ਦੀ ਗੱਲ ਹੁੰਦੀ ਚੰਗੀ ਤਰ੍ਹਾਂ ਸਮਝਾ ਦਿੰਦੇ। ਪਿੰਡ ਦੇ ਕੁਝ ਮਾਈ ਭਾਈ ਅਤੇ ਹੋਰ ਦਰਸ਼ਨ ਅਭਿਲਾਸੀ ਵੀ ਦੀਵਾਨ ਵਿੱਚ ਹਾਜ਼ਰ ਹੋ ਜਾਂਦੇ। ਸੰਤ ਜੀ ਮਹਾਰਾਜ ਦੇ ਪ੍ਰੇਮ ਦੇ ਵਧਦੇ ਹੋਏ ਗੁਜਰਾਂਵਾਲ, ਚੀਮੇ ਅਤੇ ਹੋਰ ਕਈ ਥਾਵਾਂ ਤੋਂ ਪ੍ਰੇਮੀ ਸੰਤ ਜੀ ਮਹਾਰਾਜ ਦੇ ਸੱਜੇ ਚਰਨ ਦਾ ਇਲਾਜ ਕਰਨ ਲਈ ਆਏ। ਇਹਨਾਂ ਦਾ ਪ੍ਰੇਮ ਪੂਰਾ ਕਰਨ ਹਿੱਤ ਸੰਤ ਜੀ ਮਹਾਰਾਜ ਆਪਣਾ ਚਰਨ ਇਹਨਾਂ ਸਾਹਮਣੇ ਰੱਖ ਦਿੰਦੇ ਅਤੇ ਇਹਨਾਂ ਨੂੰ ਆਪਣੀ ਭਾਵਨਾ ਪੂਰੀ ਕਰਨ ਦਿੰਦੇ। ਜੋ ਕੋਈ ਸ਼ਰਧਾਲੂ ਪੁੱਛਦਾ ਕਿ ਸੱਚੇ ਪਾਤਸ਼ਾਹ ਹਜ਼ੂਰ ਨੂੰ ਤਕਲੀਫ ਹੁੰਦੀ ਹੋਵੇਗੀ, ਸੰਤ ਜੀ ਮਹਾਰਾਜ ਜਵਾਬ ਦਿੰਦੇ, ਭਾਈ, ਅਸੀਂ ਚਰਨ ਨਹੀਂ ਹਾਂ, ਅਸੀਂ ਦੁੱਖ ਸੁੱਖ ਤੋਂ ਨਿਰਲੇਪ ਹਾਂ। ਇੱਕ ਦਿਨ ਦਾਸ ਵਿੱਚ ਵੀ ਸਰੀਰ ਭਾਵਨਾ ਪ੍ਰਬਲ ਹੋ ਗਈ। ਚਰਨ ਦੀ ਦਸ਼ਾ ਦੇਖ ਕੇ ਚਿੱਤ ਵਿੱਚ ਕੁਝ ਮੋਹ ਭਰਿਆ ਵੈਰਾਗ ਉਪਜਿਆ। ਅੰਤਰਜਾਮੀ ਸੰਤ ਜੀ ਮਹਾਰਾਜ ਨੇ ਦਾਸ ਵੱਲ ਤੱਕਿਆ ਅਤੇ ਨੇਤਰਾਂ ਦੁਆਰਾ ਹੀ ਘੂਰਿਆ, ਅਜੇ ਸਾਨੂੰ ਤੂੰ ਦੇਹ ਹੀ ਸਮਝਦਾ ਹੈ। ਝੱਟ ਅੰਤਰ ਆਤਮੇ ਪਛਤਾਵਾ ਹੋਇਆ ਤੇ ਇਹ ਨਿਸ਼ਚਾ ਪਰਪੱਕ ਹੋਇਆ ਕਿ ਸੰਤ ਜੀ ਮਹਾਰਾਜ ਆਪਣੀ ਖੇਲ ਦੇ ਆਪ ਮਾਲਕ ਹਨ। ਜ਼ਾਹਿਰਾ ਤੌਰ 'ਤੇ ਸਰੀਰ ਨੂੰ ਕਸ਼ਟ ਦੇ ਕੇ ਆਪ ਨਿਰਲੇਪ ਹਨ ਤੇ ਜਗਤ ਵਿੱਚ ਬ੍ਰਹਮ ਵਿਦਿਆ ਨੂੰ ਅਮਲੀ ਤੌਰ 'ਤੇ ਪ੍ਰਗਟ ਕਰ ਰਹੇ ਹਨ ਕਿ ਆਤਮਾ ਹੈ, ਸਰੀਰ ਨਹੀਂ। ਇਸ ਤੋਂ ਅਗਲੇ ਭਾਗ ਦੇ ਵਿੱਚ ਸੰਤ ਜੀ ਦੇ ਬਿਲਕੁਲ ਆਖਰੀ ਦਿਨਾਂ ਨੂੰ ਪੜ੍ਹਾਂਗੇ ਕਿ ਸੰਤ ਜੀ ਕਿਵੇਂ ਜੋਤੀ ਜੋਤ ਸਮਾਏ ਤੇ ਕਦੋਂ ਕੀ ਬਚਨ ਕੀਤੇ ਉਹਨਾਂ ਨੇ। ਤਦ ਤੱਕ ਲਈ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ। ਚੈਨਲ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ।